ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਆਪਾਂ ਪਿਛਲੇ ਕੁਝ ਦਿਨਾਂ ਤੋਂ ਸਟੱਡੀ ਬੁੱਕਸ ਕਰ ਰਹੇ ਹਾਂ। ਉਹਦੇ ਵਿੱਚ ਆਪਾਂ ਨੇ ਲੈਮਿਸਰੂਨ ਦਾ ਟੌਪਿਕ ਕੀਤਾ ਸੀਗਾ ਅਤੇ ਕਿਸੇ ਇੱਕ ਵਿਦਿਆਰਥੀ ਨੇ ਇੱਕ ਪ੍ਰੋਬਲਮ ਪੁੱਛੀ ਹੈਗੀ ਆ। ਪਹਿਲਾਂ ਪ੍ਰੋਬਲਮ ਆਪਾਂ ਡਿਸਕਸ ਕਰ ਲੈਂਦੇ ਹਾਂ, ਫਿਰ ਜੋ ਆਪਾਂ ਟੌਪਿਕ ਕਰ ਰਹੇ ਸੀਗੇ ਉਹਨੂੰ ਅੱਗੇ ਕੰਟੀਨਿਊ ਕਰਾਂਗੇ। ਉਹ ਪ੍ਰੋਬਲਮ ਹੈ ਕੀ ਆ, ਮੈਂ ਸਟੇਟਮੈਂਟ ਪੜ੍ਹ ਰਿਹਾ ਹੈਗਾ, ਤੁਸੀਂ ਵੀ ਦੇਖ ਲਓ। ਇਹ A body is free to slide on a smooth vertical circular wire and is connected by a string equal to length to the radius of circle to the highest points of the circle. Find the tension in the string and the reaction of the circle। ਇਹ ਕਾਫੀ ਵਧੀਆ ਕੁਐਸਚਨ ਆ। ਵਧੀਆ ਤਾਂ ਆਇਆ ਕੁਐਸਚਨ, ਵਧੀਆ ਉਹਨੂੰ ਕਹਿੰਦੇ ਆ ਜਿਸ 'ਚ ਕੰਸੈਪਟ ਜ਼ਿਆਦਾ ਹੋਣ। ਇੱਕ ਤਾਂ ਪਹਿਲੀ ਗੱਲ ਇਹਦੇ 'ਚ ਇੱਕ ਟਰਮ ਆ ਰਹੀ ਹੈਗੀ ਆ ਰਿਐਕਸ਼ਨ। ਇਹ ਅੱਗੇ ਟਰਮ ਵੀ ਕਾਫੀ ਯੂਜ਼ ਹੋਊਗੀ। ਪਹਿਲਾਂ ਆਪਾਂ ਰਿਐਕਸ਼ਨ ਬਾਰੇ ਥੋੜ੍ਹਾ ਦੇਖ ਲਈਏ। ਤੁਸੀਂ ਫਿਜ਼ਿਕਸ ਥੋੜ੍ਹਾ ਪੜ੍ਹਿਆ ਵੀ ਹੋਊਗਾ, ਨਿਊਟਨ ਥਰਡ ਲਾ ਐਕਸ਼ਨ ਇਜ਼ ਐਕਸ਼ਨ ਇਕੁਅਲ ਟੂ ਰਿਐਕਸ਼ਨ। ਐਕਸ਼ਨ ਰਿਐਕਸ਼ਨ ਬਰਾਬਰ ਹੁੰਦੇ ਨੇ। ਇਹਦੇ ਵਿੱਚ ਆਪਣੇ ਕੋਲ ਥੋੜ੍ਹਾ ਜਿਹਾ ਕੰਸੈਪਟ ਸਮਝਾਉਣਾ ਹੈਗਾ। ਤੁਸੀਂ ਪੜ੍ਹਿਆ ਹੋਇਆ ਚੰਗੀ ਗੱਲ ਹੈ, ਜੇ ਨਹੀਂ ਪੜ੍ਹਿਆ ਹੈਗਾ ਉਹ ਸਾਰਾ ਹੁਣ ਦੁਬਾਰਾ ਸਮਝਾਉਣਾ ਜਿੰਨੀ ਕੁ ਲੋੜ ਹੈਗੀ ਉਹਨਾਂ ਕਰਦੇ ਹਾਂ। ਪਹਿਲਾਂ ਆਪਾਂ ਜਦੋਂ ਕੋਈ ਐਕਸ਼ਨ ਹੁੰਦਾ, ਜਿਵੇਂ ਆਹ ਸਰਫੇਸ ਆ, ਇਹਦੇ ਉੱਪਰ ਬਾਡੀ ਪਈ ਆ, ਇਹ ਬਾਡੀ ਬਣਾਈ ਹੈ। ਕੋਈ ਟੇਬਲ ਲਾ ਲਓ ਜਾਂ ਬੈਂਚ ਲਾ ਲਓ, ਬੈਂਚ ਉੱਪਰ ਆਹ ਬਾਕਸ ਬਲੋਕ ਪਿਆ, ਇੱਕ ਹਿਸਾਬ ਨਾਲ ਕਹਿ ਲਓ ਕਿ ਹੈਵੀ ਬਲੋਕ ਆ, ਬਲੋਕ ਕਹਿ ਲਓ ਚਾਹੇ ਕੋਈ ਵੀ ਕੋਈ ਬਾਡੀ ਕਹਿ ਲਓ। ਜਿਹੜਾ ਵੇਟ ਆ, ਬਾਡੀ ਦਾ ਵੇਟ ਜਿਹੜਾ ਹੈਗਾ ਉਹ ਨੀਚੇ ਨੂੰ ਐਕਟ ਕਰੇਗਾ। ਮੰਨ ਲਓ ਵੇਟ ਇਹਦਾ ਹੈਗਾ W। ਜੇ ਗੱਲ ਸਮਝ ਕੇ ਕਰੋਗੇ ਫਿਰ ਸਮਝ ਵੀ ਆ ਜਾਏਗੀ ਜੀ, ਅਤੇ ਆਪੇ ਕੰਸੈਪਟ ਬਣਨਗੇ ਤੁਹਾਡੇ ਆਪਸ ਦੇ ਵਿੱਚ। ਇਹਨੂੰ ਕੰਟੀਨਿਊ ਕਰਦੇ ਹਾਂ ਆਪਾਂ। ਪਹਿਲਾਂ ਜਿਵੇਂ ਆਹ ਪਹਿਲਾਂ ਕੀਤਾ ਸੀਗਾ, ਟੈਂਸ਼ਨ ਕਦੋਂ ਆਉਂਦੀ ਆ? ਟੈਂਸ਼ਨ ਸਾਹਮਣੇ ਕਦੋਂ ਆਏਗੀ? ਜਦੋਂ ਕਿਸੇ ਸਟਰਿੰਗ ਦੇ ਉੱਪਰ ਆਪਾਂ ਲੋਡ ਪਾਵਾਂਗੇ, ਖਿਚਾ ਸਟ੍ਰੈਚ ਕਰਾਂਗੇ ਸਟਰਿੰਗ ਨੂੰ। ਉਹਦੇ ਟੈਂਸ਼ਨ ਦੀ ਲੋੜ ਕਿਉਂ ਪਈ ਆ ਆਪਾਂ ਨੂੰ? ਕਿਉਂਕਿ ਆਹ ਪਹਿਲਾਂ ਕੀਤਾ ਸਾਰਾ ਪਹਿਲਾਂ ਕੀਤਾ ਹੋਇਆ ਸੀ, ਅਤੇ ਥੋੜ੍ਹਾ ਸਮਝਾਉਣ ਲਿੰਕ ਬਣਾਉਣ ਵਾਸਤੇ। ਜੇ ਸਿੰਗਲ ਫੋਰਸ ਲੱਗ ਰਹੀ ਹੋਵੇ ਤਾਂ ਬਾਡੀ ਮੂਵ ਕਰਨੀ ਚਾਹੀਦੀ ਹੈ, ਪਰ ਟੈਂਸ਼ਨ ਇਹ ਸਟਰਿੰਗ ਇੰਨੀ ਕੁ ਸਟਰੋਂਗ ਹੈਗੀ ਹੈ ਕਿ ਇਹਨੂੰ ਸਹਾਰ ਸਕਦੀ ਆ। ਜੇ ਸਹਾਰ ਸਕਦੀ ਹੈਗੀ ਆ ਟੈਂਸ਼ਨ, ਸਟਰਿੰਗ ਨਹੀਂ ਟੁੱਟੇਗੀ। ਮਤਲਬ ਜੇ ਸਟਰਿੰਗ ਨਹੀਂ ਟੁੱਟ ਰਹੀ ਹੈਗੀ ਤਾਂ ਇਹ ਬਾਡੀ ਨੂੰ ਸਟਰਿੰਗ ਜਿਹੜੀ ਹੈਗੀ ਆ ਉਹ ਰੋਕੀ ਰੱਖੇਗੀ, ਬੈਲੈਂਸ ਕਰ ਲਈ ਜਾਂ ਰੋਕ ਲੇਗੀ। ਮਤਲਬ ਬਾਡੀ ਨੀਚੇ ਨਹੀਂ ਜਾਊਗੀ। ਨੀਚੇ ਤਾਂ ਹੀ ਜਾਊਗੀ ਬਾਡੀ ਜੇ ਸਟਰਿੰਗ ਟੁੱਟੇਗੀ। ਹੁਣ ਇਹ ਬਾਡੀ ਜੇ ਨੀਚੇ ਨਹੀਂ ਜਾ ਰਹੀ ਹੈਗੀ, ਆਪਾਂ ਪੜ੍ਹਿਆ ਹੋਇਆ ਜੇ ਸਿੰਗਲ ਫੋਰਸ ਲਾਵਾਂਗੇ ਤਾਂ ਬਾਡੀ ਮੂਵ ਕਰਨੀ ਚਾਹੀਦੀ ਹੈ, ਪਰ ਬਾਡੀ ਮੂਵ ਨਹੀਂ ਕਰ ਰਹੀ। ਜੇ ਬਾਡੀ ਮੂਵ ਨਹੀਂ ਕਰ ਰਹੀ ਹੈਗੀ ਤਾਂ ਇਨਬਿਲਡ ਇੱਕ ਅੰਦਰੋਂ ਫੋਰਸ ਪੈਦਾ ਹੋ ਰਹੀ ਹੈਗੀ ਆ ਜਿਹੜੀ ਇਹਨੂੰ ਰੋਕ ਰਹੀ ਆ। ਉਹ ਇਨਬਿਲਡ ਫੋਰਸ ਜਿਹੜੀ ਪੈਦਾ ਹੋਈ ਆ ਲੋਡ ਕਰਕੇ, ਉਹਨੂੰ ਟੈਂਸ਼ਨ ਕਿਹਾ ਸੀ ਆਪਾਂ ਨੇ। ਉਵੇਂ ਇਹਦੇ ਵਿੱਚ ਇਹ ਸਮਝ ਕੇ ਕਰਨਾ ਬਾਕੀ। ਜਿਵੇਂ ਮੈਂ ਹੱਥ ਦੇ ਚੌਕ ਹੱਥ 'ਤੇ ਮੰਨ ਲਓ ਡਸਟਰ ਰੱਖਿਆ ਹੋਇਆ, ਇਹ ਹੱਥ ਆ ਸਰਫੇਸ ਦੇ ਉੱਪਰ ਡਸਟਰ ਰੱਖਿਆ ਹੋਇਆ, ਡਸਟ ਦਾ ਵੇਟ ਆ ਕਿ ਇਹ ਡਸਟ ਨੀਚੇ ਜਾ ਰਿਹਾ, ਨੀਚੇ ਨਹੀਂ ਜਾ ਰਿਹਾ ਹੈਗਾ, ਜਦ ਕਿ ਇਹਦਾ ਵੇਟ ਨੀਚੇ ਐਕਟ ਕਰ ਰਿਹਾ ਹੈਗਾ। ਹੁਣ ਸਿੰਗਲ ਫੋਰਸ ਲੱਗ ਰਹੀ ਆ। ਜੇ ਸਿੰਗਲ ਫੋਰਸ ਲੱਗ ਰਹੀ ਹੈਗੀ ਆ ਇਹਦੇ ਉੱਪਰ ਤਾਂ ਨੀਚੇ ਜਾਣਾ ਚਾਹੀਦਾ, ਪਰ ਨੀਚੇ ਜਾ ਨਹੀਂ ਰਿਹਾ ਡਸਟਰ। ਜੇ ਨੀਚੇ ਨਹੀਂ ਜਾ ਰਿਹਾ ਹੈਗਾ ਤਾਂ ਕੋਈ ਨਾ ਕੋਈ ਫੋਰਸ ਉਹ ਰੋਕ ਰਹੀ ਹੈਗੀ ਆ, ਜਾਂ ਕੋਈ ਇੱਕ ਅਜਿਹੀ ਫੋਰਸ ਪੈਦਾ ਹੋ ਰਹੀ ਹੈਗੀ ਆ ਜਿਹੜੀ ਉਹਨੂੰ ਬੈਲੈਂਸ ਕਰ ਰਹੀ ਹੈਗੀ ਆ। ਉਹ ਫੋਰਸ ਦਾ ਨਾਮ ਕੀ ਰੱਖਾਂਗੇ ਆਪਾਂ? ਜਿਵੇਂ ਆਹ ਡਸਟਰ ਸੀਗਾ, ਡਸਟਰ ਹੱਥ 'ਤੇ ਪਿਆ ਮੇਰੇ, ਇਹ ਡਸਟਰ ਹੱਥ ਉੱਪਰ ਭਾਰ ਪਾ ਰਿਹਾ, ਇਹ ਭਾਰ ਪੈ ਰਿਹਾ, ਐਕਸ਼ਨ ਕਰ ਰਿਹਾ, ਤਾਂ ਮੇਰਾ ਹੱਥ ਨੀਚੇ ਜਾਂ ਡਸਟਰ ਨੀਚੇ ਨਹੀਂ ਜਾ ਰਿਹਾ ਹੈਗਾ। ਬਿਕੋਜ਼ ਜੇ ਐਕਸ਼ਨ ਕਰ ਰਿਹਾ ਹੈਗਾ, ਜ਼ੋਰ ਲਾ ਰਿਹਾ ਹੈਗਾ, ਐਕਸ਼ਨ ਕਰ ਰਿਹਾ ਹੈਗਾ, ਤਾਂ ਉਹਦੇ ਇਕੁਅਲ ਅਤੇ ਆਪੋਜ਼ਿਟ ਰਿਐਕਸ਼ਨ ਪੈਦਾ ਹੋ ਰਿਹਾ। ਉਹਦੇ ਇਕੁਅਲ ਐਂਡ ਆਪੋਜ਼ਿਟ ਇਹ ਰਿਐਕਸ਼ਨ ਪੈਦਾ ਹੋ ਰਿਹਾ, ਜਿਹਨੂੰ ਆਪਾਂ ਆਰ ਕਹਿੰਦੇ ਹਾਂ। ਇਸ ਕੇਸ 'ਚ ਆਰ ਕਿੰਨਾ ਹੋਊਗਾ? W ਹੋਊਗਾ, ਬਰਾਬਰ ਹੋਣਗੇ। ਹੁਣ ਰਿਐਕਸ਼ਨ ਦੀ ਗੱਲ ਕਦੋਂ ਹੋਏਗੀ? ਇਹ ਗੱਲ ਧਿਆਨ ਰੱਖਣੀ ਹੈ। ਟੈਂਸ਼ਨ ਦੀ ਗੱਲ ਤਾਂ ਹੋਏਗੀ, ਪਹਿਲਾਂ ਕੀਤਾ ਸੀ ਜੇ ਸਟਰਿੰਗ ਆਪਾਂ ਸਟਰੈਚ ਕਰਾਂਗੇ,
जे कोई स्ट्रिंग च खिंचाव पैदा हो रहा तो टेंशन की वो सामने आऊगी अपने। रिएक्शन की गल कदों होएगी जदों कोई दो सरफेस आप दे विच टच कर रहे हैं, दो बॉडीज़ सरफेस या सरफेस से बॉडी, जिमें आ सरफेस आ बॉडी दो आप ये टच कर रहे हैं आपस। इस केस में रिएक्शन की गल होगी। जिथे एक्शन हो रहा एक्शन की होगा, एक दा भार दूजे उपर पै रहा, एक दा भार दूजे उपर पै रहा। जिथे एक्शन होगा उत्थे रिएक्शन भी होगा। तो ये कुछ कंसैप्ट ने अलग अलग। जे सरफेस प्लेन होवे, ये नोट कर लियो, ये अगे गल्लां काफ़ी आउणगियां। इफ पहला केस कर रहे हैं, इफ सरफेस इज प्लेन, सीधा होवे जी प्लेन, then रिएक्शन इज, जो रिएक्शन होगी इज परपेंडिकुलर टू प्लेन, परपेंडिकुलर टू प्लेन होगी। परपेंडिकुलर नूं आपां वर्ड नॉर्मल भी यूज़ कर सकते, जो कला परपेंडिकुलर कर लो तो भी ठीक है। जिमें रिएक्शन अट्रैक्शन किधर होगी, जे प्लेन सरफेस तो प्लेन के परपेंडिकुलर होगी रिएक्शन हमेशा। दूजा कंसैप्ट आ, जे प्लेन ना होवे, सर्कुलर होवे अपने को, मतलब इदा गुलाई च होवे, आ सर्कल इदा गुलाई दे विच होवे अपने को, इत्थे ब्लॉक पिया, तो फिर रिएक्शन किद्दां बनाउणी है आपां ने। सैकेंड पार्ट, इफ सरफेस इज नॉट प्लेन, जे प्लेन ना हो, सर्कुलर हो जो जिस तरह मर्जी हो, चलो, दैन रिएक्शन जिहड़ी होगी इज नॉर्मल टू सरफेस। ये आप बॉडी और सरफेस की गल कर रहे हैं आप, जिहड़ी अपने को सरफेस जे प्लेन नहीं हैगी, हुण नॉर्मल किवें हुंदा, इस केस का नॉर्मल परपेंडिकुलर नूं कहने हुंदे आ। इस केस नॉर्मल की हुंदा, तुसीं टेंजेंट पढ़िया होवे, टेंजेंट दे नॉर्मल प्लेन दे विच लास्ट समैसटर दे विच नॉर्मल की हुंदा, उहदा पहलां टेंजेंट ड्रॉ करांगे, फिर टेंजेंट दे जो परपेंडिकुलर होगा उहनूं आपां नॉर्मल कहांगे, तो नॉर्मल दे अलॉन्ग की होगी, ये रिएक्शन होगी। ये किहड़ा केस कर रहे हैं आप, बॉडी के सरफेस की गल कर रहे हैं। जे सरफेस प्लेन हैगा तो रिएक्शन परपेंडिकुलर कहांगे आपां, जे सरफेस प्लेन नहीं हैगा तो रिएक्शन जिहड़ी होगी वो टेंजेंट दे परपेंडिकुलर होगी। हुण ये गल ध्यान रखनी है कि अगे कंसैप्ट आई जाणगे होर। हुण ये कंसैप्ट कोई नवां नहीं हैगा, पुराने कंसैप्ट ने फिजिक्स च पढ़े भी होणगे, पर ये तुहानूं काम औखा लगी जाऊगा जे तुसीं काम नहीं करोगे नाल नाल। जे काम करी जाओगे फिर तुहानूं इंटरस्टिंग भी लगी जाओगे कि हाँ नवा कंसैप्ट आया, हुण इहदे नाल नवें क्वेश्चन बनणगे। फिर तुहाडे मन च इदां आऊगा कि हाँ नवा कंसैप्ट करवाया सर ने, इहदे नाल नवें क्वेश्चन ट्राई करिए आपां। नहीं तो जे नाल प्रैक्टिस नहीं करोगे फिर तुहानूं ये भी बोझ लगूगा कि ये पता नहीं कित्थों आ गया, ये पता नहीं कित्थों बन गया। ਉਹੀ ਹੁੰਦਾ मतलब कि जे बच्चा जिसका बच्चे इंटरस्ट पैदा हो रहा ਉਹਦੇ दिमाग 'ਚ ਇਹ ਆਊਗਾ कि अज नवा कंसैप्ट करवाया, अज क्वेश्चन ਇਹਦੇ नवें ਦੇ ਕਰਾਂਗੇ। ਜਿਹੜੇ ਬੱਚੇ इंटरस्ट नहीं पैदा हो रहा ਉਹਨੂੰ लगूगा कि पहला सर ने करवाता काम, पता नहीं सर ने अज की करवाता नवा, पहला समझ नहीं आया है सर ने नवा पता नहीं की करवाता। यही है थोड़ी प्रैक्टिस उपर, जिन्नी प्रैक्टिस करोगे थोड़ा समझ भी है, थोड़ा इंटरस्ट भी बनेगा। जो मैं स्टेटमेंट दोबारा पढ़ रहा है और तुम भी देख लो स्टेटमेंट। A body is free to slide on a smooth vertical circular wire and is connected by a string equal in length to the radius to the circle to the highest points of the circle. Find the tension in string and reaction in the circle. जे ध्यान नाल पढ़ोगे तो क्वेश्चन देखो काफ़ी गल्लां आ रही। पहली गल, एक बॉडी इज़ फ्री टू स्लाइड ऑन अ समूथ वर्टिकल सर्कुलर बारे गल की बनी अपनी। जो देखो ध्यान नाल, पहला डायग्राम बनाने की कोशिश करते। एक ये वर्ड आया हैगा समूथ,
ये फिलहाल ऐं ही छड्ड रहा मैं, ये अगे कंसैप्ट आऊगा अपने को। समूथ ਉਹਨੂੰ ਕਹਿੰਦੇ ਜਿਹੜਾ ਪਲੇਨ ਹੋਵੇ, ਜਿਵੇਂ ਆ ਬੋਰਡ ਆ ਇਹ ਘੱਟ ਸਮੂਥ ਆ, ਜਿਹੜਾ ਸ਼ੀਸ਼ਾ ਹੁੰਦਾ ਉਹ ਜ਼ਿਆਦਾ ਸਮੂਥ ਆ। ਜੇ ਸਮੂਥ ਦਾ ਆਪਾਂ ਇਹਦਾ ਮਤਲਬ ਕਹਿ ਲਓ ਕਿ ਇੱਦਾਂ ਹੁੰਦਾ ਕਿ ਜੇ ਫ੍ਰਿਕਸ਼ਨ ਨਾ ਹੋਵੇ, ਪਰ ਇਹ ਗੱਲ ਲੋੜ ਨਹੀਂ ਕਰਨ ਦੀ। ਸਮੂਥ ਵਰਡ ਆਵੇ ਚਾਹੇ ਨਾ ਆਵੇ, ਲੋੜ ਨਹੀਂ ਪੈਣੀ ਆਪਾਂ ਨੂੰ ਫਿਲਹਾਲ ਇਹਦੀ। ਵੇ ਸਮੂਥ ਉਹ ਹੁੰਦਾ ਜੇ ਫ੍ਰਿਕਸ਼ਨ ਨਾ ਹੋਵੇ, ਬਿਲਕੁਲ ਪਲੇਨ ਆ, ਮਤਲਬ ਇਹ ਲੋੜ ਨਹੀਂ ਪੈਣੀ ਆਪਾਂ ਨੂੰ ਫਿਲਹਾਲ। ਅਗੇਤਾ ਹੈ ਉਹਨਾਂ ਨੇ ਇੱਕ ਵਰਡ ਆ ਰਿਹਾ ਇਹ 'ਚ, ਵਰਟੀਕਲ ਸਰਕੂਲਰ ਵਾਇਰ। ਵਰਟੀਕਲ ਕੀ ਹੁੰਦਾ ਜਿਹੜਾ ਸਿੱਧਾ ਹੋਵੇ, ਜਿਹੜਾ ਲੰਬੇ ਲੋਟ ਹੋਵੇ, ਲੰਬੀ ਤਰ੍ਹਾਂ ਲੰਬੇ ਲੋਟ ਪਿਆ ਹੋਵੇ ਨੂੰ ਆਪਾਂ ਨੂੰ ਹੋਰੀਜ਼ੋਨਟਲ ਕਹਿੰਦੇ ਆਪਾਂ। ਜਿਵੇਂ ਆਹ ਗੱਲ ਦੇਖੋ, ਆਹ ਬੁੱਕ ਕਿੱਦਾਂ ਪਈ, ਆਹ ਬੁੱਕ ਕਿਵੇਂ ਪਈ ਹੈ। ਇਹ ਬੁੱਕ ਜਿਹੜੀ ਹੈਗੀ ਆ ਹੋਰੀਜ਼ੋਨਟਲੀ ਪਈ ਆ, ਸਿੱਧੀ ਪਈ ਆ। ਆਹ ਹੁਣ ਬੁੱਕ ਕਿੱਦਾਂ ਪਈ ਆ, ਇਹ ਬੁੱਕ ਪਈ ਆ ਵਰਟੀਕਲੀ, ਖੜੇ ਲੋਟ ਪਈ ਆ, ਖੜੇ ਲੋਟ ਪਈ ਆ, ਖੜੇ ਸਿੱਧੀ ਪਈ ਆ, ਮਤਲਬ ਜਿਵੇਂ ਖੜੀ ਹੁੰਦੀ ਹੈਗੀ ਆ। ਜੇ ਖੜੀ ਦੀ ਤਰ੍ਹਾਂ ਪਈ ਹੋਵੇ, ਖੜੇ ਦੀ ਤਰ੍ਹਾਂ ਪਈ ਹੋਵੇ ਤਾਂ ਆਪਾਂ ਉਹਨੂੰ ਕਹਾਂਗੇ ਕਿ ਵਰਟੀਕਲ ਹੈਗਾ। ਜਿਵੇਂ ਆਪਾਂ ਪਏ ਹੁੰਦੇ ਆ, ਲੇਟਦੇ ਹੈਗੇ ਉੱਦਾਂ ਪਈ ਹੋਵੇ, ਇਹਨੂੰ ਹੋਰੀਜ਼ੋਨਟਲ ਕਹਿੰਦੇ ਆ। ਕਿ ਇਹ ਬੁੱਕ ਦੀ ਪੋਜੀਸ਼ਨ ਕੀ ਹੈਗੀ ਹੈ, ਇਹ ਹੋਰੀਜ਼ੋਨਟਲ ਪਈ ਆ। ਇਹ ਬੁੱਕ ਦੀ ਪੋਜੀਸ਼ਨ ਕੀ ਹੈਗੀ ਆ ਆਪਣੇ ਕੋਲ, ਇਹ ਵਰਟੀਕਲ ਪੋਜੀਸ਼ਨ ਦੇ ਵਿੱਚ ਆ। ਹੁਣ ਸਰਕੂਲਰ ਵਾਇਰ ਕੀ ਹੈਗੀ ਆ, ਜਿਵੇਂ ਸਰਕਲ ਬਣਾਇਆ ਆਪਾਂ ਨੇ, ਉਹ ਸਰਕੂਲਰ ਵਾਇਰ ਇੱਦਾਂ, ਇਹ ਵਰਟੀਕਲ ਆ ਬਿਲਕੁਲ ਸੇਮ ਸਿੱਧਾ, ਐ ਖੜੇ ਲੋਟ ਪਿਆ ਹੈਗਾ, ਜਿਵੇਂ ਖੜੀ ਹੁੰਦੀ ਨਾ ਪੋਜੀਸ਼ਨ ਉੱਦਾਂ ਪਿਆ ਹੈਗਾ ਵਰਟੀਕਲ ਵਾਇਰ। ਇਹ ਵਰਟੀਕਲ ਵਾਇਰ ਇੱਕ ਤਾਰ ਆ, ਵਰਟੀਕਲ ਸਰਕੂਲਰ ਵਾਇਰ। ਉਹ ਤਾਰ ਨੂੰ ਆਪਾਂ ਸਰਕਲ ਦੀ ਸ਼ੇਪ 'ਚ ਬਣਾਇਆ, ਤਾਰ ਨੂੰ ਆਪਾਂ ਨੇ ਸਰਕਲ ਦੀ ਸ਼ੇਪ 'ਚ ਬਣਾਇਆ ਹੈਗਾ। ਚਲੋ ਆ ਗਈ ਬਣਾ, ਇੱਕ ਤਾਂ ਹੋ ਦਿੱਤਾ ਹੋਇਆ ਆਪਾਂ ਨੂੰ। ਆ ਬੋਡੀ ਇਜ਼ ਫ੍ਰੀ ਟੂ ਸਲਾਈਡ, ਇਹ ਸਰਕੂਲਰ ਔਨ ਸਮੂਥ ਵਰਟੀਕਲ ਸਰਕੂਲਰ ਵਾਇਰ। ਇਹ ਸਮੂਥ ਵਰਟੀਕਲ ਸਰਕੂਲਰ ਵਾਇਰ ਹੈਗੀ ਹੈ, ਜੋ ਫ੍ਰਿਕਸ਼ਨ ਨਹੀਂ ਹੈਗੀ। ਇਹਦੇ ਉੱਪਰ ਬੋਡੀ ਸਲਾਈਡ ਕਰ ਰਹੀ ਹੈ। ਸਲਾਈਡ ਹੁੰਦਾ ਹੈਗਾ ਜਿਵੇਂ ਝੂਟੇ ਲੈਂਦੇ ਆਪਾਂ, ਉਵੇਂ ਹੋ ਗਿਆ। ਹੁਣ ਸਲਾਈਡ ਕਿਵੇਂ ਕਰੂਗੀ ਬੋਡੀ, ਉਹ ਦੇਖਣਾ ਆਪਾਂ ਨੇ। ਜਾਂ ਤਾਂ ਬੋਡੀ ਇੱਥੇ ਪਈ ਹੋਵੇ, ਸਮਝ ਨਹੀਂ ਆ ਧਿਆਨ ਨਾਲ, ਗੋਲ ਜਿਹੀ ਬਣਾਤੀ ਬੋਡੀ ਸਲਾਈਡ ਕਰਨ ਵਾਸਤੇ। ਇੱਥੋਂ ਫੜ ਕੇ ਆਪਾਂ ਛੱਡਾਂਗੇ ਤਾਂ ਬੋਡੀ ਆਪ ਹੀ ਫਿਸਲ ਕੇ ਸਲਾਈਡ ਕਰਕੇ ਨੀਚੇ ਆਉਣੀ ਸ਼ੁਰੂ ਹੋ ਜੂਗੀ। ਜੇ ਥੋੜਾ ਨੀਚੇ ਕੀਤਾ ਆਪਾਂ ਨੇ, ਇੱਥੋਂ ਛੱਡਤਾ, ਆਹ ਸਲਾਈਡ ਕਰ ਰਹੀ ਹੈ। ਸਲਾਈਡ ਹੁੰਦਾ ਝੂਟੇ ਲੈਣੇ ਇੱਕ ਹਿਸਾਬ ਨਾਲ, ਇਹ ਉਰੇ ਤੱਕ ਸਲਾਈਡ ਕਰ ਰਹੀ ਆ, ਇਹ ਵੀ ਸਲਾਈਡ ਕਰ ਰਹੀ ਆ, ਇਹ ਵੀ ਸਲਾਈਡ ਕਰ ਰਹੀ ਆ। ਇੱਥੇ ਜਾ ਕੇ ਇੱਦਾਂ ਨਹੀਂ ਘੁੰਮੂਗੀ, ਤੁਸੀਂ ਆਹ ਦਿਮਾਗ ਲਾ ਸਕਦੇ ਹੋ, ਇੱਦਾਂ ਨਹੀਂ ਜਾਊਗੀ ਬੋਡੀ। ਇਹ ਤੋਂ ਬਾਅਦ ਨੀਚੇ ਗਿਰ ਜਾਏਗੀ, ਇੱਦਾਂ ਨੀਚੇ ਆਊਗੀ ਬੋਡੀ। ਸਿਰਫ ਉਰੇ ਇੱਥੇ ਤੱਕ ਸਲਾਈਡ ਕਰੇਗੀ ਬੋਡੀ, ਐਂ ਕਰ ਆਪ ਦਿਮਾਗ ਲਾ ਸਕਦੇ ਆਪਾਂ। ਜਿਵੇਂ ਇੱਥੇ ਬੋਡੀ ਛੱਡੀ ਆਪਾਂ, ਇਹ ਨਾਲ ਸਲਾਈਡ ਘਿਸ ਕੇ ਨੀਚੇ ਆਊਗੀ, ਇਸ ਤੋਂ ਬਾਅਦ ਸਿੱਧੀ ਨੀਚੇ ਆਊਗੀ। ਇੱਕ ਤਾਂ ਆਹ ਤਰੀਕਾ, ਮਤਲਬ ਕਿ ਜੇ ਤੁਸੀਂ ਕਹੋ, ਮਤਲਬ ਜੇ ਆਪਾਂ ਇਹਦੇ ਵਿੱਚ ਕਹੀਏ ਕਿ ਬੋਡੀ ਇੱਥੇ ਪਈ ਆ, ਇੱਥੇ ਪੈ ਕੇ ਫਿਰ ਸਲਾਈਡ ਨਹੀਂ ਕਰਨੀ ਬੋਡੀ। ਸਲਾਈਡ ਕਿਉਂ ਨਹੀਂ ਕਰਨੀ, ਤਾਂ ਬਾਹਰਲੇ ਪਾਸੇ ਆने ਤਾਂ ਨੀਚੇ ਗਿਰ ਜਾਣਾ। ਫਿਰ ਸਲਾਈਡ ਕਿਵੇਂ ਕਰੂਗੀ, ਜੇ ਇੱਥੋਂ ਸਲਾਈਡ ਕਰਾਉਣੀ ਹੈਗੀ ਤੁਹਾਨੂੰ ਬੋਡੀ ਅੰਦਰਲੇ ਪਾਸੇ ਲੈਣੀ ਪੈਣੀ ਹੈ। ਜੇ ਦਿਮਾਗ 'ਚ ਗੱਲ ਆ ਰਹੀ, ਜੇ ਅੰਦਰਲੇ ਪਾਸੇ ਬੋਡੀ ਹੋਊਗੀ ਫਿਰ ਸਲਾਈਡ ਕਰੂਗੀ ਅੰਦਰ, ਐ ਨੀਚੇ ਆ ਜਾਊਗੀ ਸਲਾਈਡ ਕਰਕੇ। ਜੇ ਅੰਦਰਲੇ ਪਾਸੇ ਬੋਡੀ ਤੁਸੀਂ ਇੱਥੇ ਰੱਖੋਗੇ, ਅੰਦਰਲੇ ਪਾਸੇ ਬੋਡੀ ਇੱਥੇ ਰੱਖੋਗੇ, ਇਹ ਸਲਾਈਡ ਨਹੀਂ ਕਰਨਾ, ਨੀਚੇ ਸਿੱਧਾ ਗਿਰ ਜਾਊਗਾ। ਇਹ ਕਾਮਨ ਸੈਂਸ ਆ, ਜਿਹਨੂੰ ਕਹਿ ਸਕਦੇ ਮੈਂਟਲ ਐਬਿਲਿਟੀ ਆ ਆਪਣੀ, ਕਿ ਦਿਮਾਗ ਕਿੰਨਾ ਕੰਮ ਕਰ ਰਿਹਾ। ਜੇ ਕੁਐਸਚਨ ਟਰਾਈ ਕਰਾਂਗੇ ਤਾਂ ਹੀ ਦਿਮਾਗ ਕੰਮ ਕਰੇਗਾ ਕਿ ਬੋਡੀ ਆਪਾਂ ਕਿੱਦਾਂ ਮੰਨਣੀ ਹੈ। ਇਹ ਤਾਂ ਹੀ ਕੁਐਸਚਨ ਵਧੀਆ ਹੈਗਾ ਕਿ 'ਚ ਮਾਈਂਡ ਜ਼ਿਆਦਾ ਯੂਜ਼ ਕਰਨਾ ਪੈਣਾ ਆਪਾਂ ਨੂੰ। ਜਿੰਨਾ ਮਾਈਂਡ ਯੂਜ਼ ਕਰਾਂਗੇ ਉਹਨਾਂ ਕੁਐਸਚਨ ਜ਼ਿਆਦਾ ਇੰਪੋਰਟੈਂਟ। ਤਾਂ ਬੋਡੀ ਹੁਣ ਆਪਾਂ ਇਹ ਡਿਸਾਈਡ ਕਰਨੀ ਹੈ ਕਿ ਬੋਡੀ ਉੱਪਰੋਂ ਵੀ ਸਲਾਈਡ ਕਰ ਸਕਦੀ ਆ ਉਰੇ ਤੱਕ ਬਸ, ਜਾਂ ਅੰਦਰਲੇ ਪਾਸੋਂ ਸਲਾਈਡ ਤਾਂ ਕਰੂਗੀ ਜੇ ਬੋਡੀ ਇੱਥੋਂ ਸਟਾਰਟ ਕਰਾਂਗੇ ਨੀਚੇ, ਇੱਥੇ ਨਹੀਂ ਹੋਊਗੀ ਬੋਡੀ। ਤਾਂ ਦੋ ਤਰੀਕੇ ਨੇ ਬੋਡੀ ਸਲਾਈਡ ਕਰਨ ਦੇ, ਜਾਂ ਉੱਪਰੋਂ ਸਲਾਈਡ ਕਰਾਈਏ ਆਪਾਂ, ਜਾਂ ਅੰਦਰੋਂ ਕਰਾਵਾਂਗੇ, ਨੀਚੋਂ ਸਲਾਈਡ ਕਰਾਉਣੀ ਪੈਣੀ। ਨੀਚੋਂ ਸਲਾਈਡ ਕਰਵਾਵਾਂਗੇ ਤਾਂ ਅੰਦਰੋਂ ਹੋਊਗੀ, ਜੇ ਉੱਪਰੋਂ ਸਲਾਈਡ ਕਰਵਾਉਣੀ ਹੈਗੀ ਤਾਂ ਬਾਹਰਲੇ ਪਾਸੇ ਹੋਊਗੀ ਬੋਡੀ। ਉਹ ਦੇਖਦੇ ਹਾਂ ਕੀ ਕਿਹਾ ਉਹਨਾਂ ਨੇ। ਹੁਣ ਅੱਗੇ
ये कन्फर्म नहीं है, ये कन्फर्म करने वास्ते अगे स्टेटमेंट पढ़ते हैं, दिता होया अपन बहुत कुछ दिता की होया, इज कनैक्टेड बाय अ स्ट्रिंग इक्वल टू लेंथ टू द रेडियस टू द सर्कल टू द हाईएस्ट पॉइंट ऑफ द सर्कल। की कहा उन्होंने, ये स्ट्रिंग ये जी हैगी आ बॉडी, इन्हूं बन्निया होया आपां ने, तो किहदे नाल बन्निया होया उन्होंने, एक स्ट्रिंग नाल बन्निया होया हैगा, तो स्ट्रिंग की लैंथ कितनी हैगी आ दिती हुई है आपां नूं, रेडियस के बराबर आ, टू द हाईएस्ट पॉइंट्स ऑफ द सर्कल। ये सर्कल वर्टिकल आ, खड़े लोड पिया है, खड़े तरीके के हिसाब नाल पिया हैगा। सब तो टॉप वाला पॉइंट किहड़ा होगा इहदा, सब तो उच्चा पॉइंट किहड़ा हो जाए, खड़ा लवांगे आपां, सब तो उच्चा पॉइंट आ वाला होगा, आ टॉप आ वाला पॉइंट, इत्थों आपां स्ट्रिंग बन्नी आ। हुण गल देखो ध्यान, ध्यान रखियो क्वेश्चन इदां दे ही आउणगे अगे समझण वाले, तो मोस्टली बच्चे यही कहते होंगे ने कि जी ए वाली बुक आ स्टैटिक बुक हैगी आ, ये सब तो औखी आ तिन्ने बुक्स नाल, तीन बुक्स ने ओवरऑल औखी तां है कि बच्चे जिहड़े हैगे ने इहनूं सीरियसली नहीं करदे बुक नूं। तुसीं भी आप ही देख लो, किसी ने ये क्वेश्चन कितने नहीं हैगे सॉल्व, पर जे काम करोगे तो सब तो स्कोरिंग बुक यही आ, क्योंकि ये कंसैप्ट नहीं हरेक दे, जिथे कंसैप्ट कोई आ जाता हैगा उत्थे चीज़ इंट्रस्टिंग हो जाती है, जिथे रट्टा आ जाऊगा उत्थे चीज़ बोरिंग हो जाती है। चलो इत्थे हाईएस्ट पॉइंट ते आपां ने स्ट्रिंग बन्निया है, स्ट्रिंग नूं बॉडी दूजा एक हिस्सा स्ट्रिंग का एक हिस्सा हाईएस्ट पॉइंट ते आ, ते एक हिस्सा किहदे उपर, एक एंड पॉइंट बॉडी उपर। हुण आपां देखना कि ये किवें हो रहा। अपनी पहला डाउट की सीगा, पहला डाउट ये सी अपना, ये नहीं पता कि बॉडी बाहरले पासे लैनी सीगी कि अंदरले पासे लैनी सी, ये पता नहीं। हुण एक गल दसता, हिंट देता, उन्हें हिंट किया हैगा कि बॉडी स्ट्रिंग नाल बन्नी हुई है तो बॉडी स्लाइड कर रही सीगी। जे तुसीं बॉडी नीचे मनोगे अंदरले पासे, इत्थे स्ट्रिंग बन लो, कि स्ट्रिंग बनने का कोई फायदा होगा बॉडी में, कि यह घूम के इत्थे नीचे नहीं आ जूगी। जे आपां इत्थे स्ट्रिंग बन के दूजा एंड पॉइंट इत्थे बन्नांगे, स्ट्रिंग नाल बन्नी हुई है, तो बॉडी नीचे नहीं जाऊगी, यह बॉडी इत्थे नीचे इत्थे आ जाएगी, टिल्ट हो के टेढ़ी हो के इत्थे आ जाएगी बॉडी, फिर स्लाइड का कोई फायदा नहीं होया आपां नूं। आपां ने इदां लैनी है डायग्राम कि स्लाइड कर रहा होवे, स्ट्रिंग ने फड़िया होवे उहनूं। जे आप निचले पासे मनांगे तो उरे स्ट्रिंग बनन नाल उरे स्लाइड का कोई फायदा नहीं होया। फायदा क्यों नहीं होया? क्योंकि स्लाइड करना ही नहीं है, इन्हें रोक लेना, ये खिंच के पिछे ही आ जाऊगा, मतलब बॉडी अते सर्कल का लिंक टुट जाना। पर जे आपां डायग्राम इदां मन्नीए, इत्थे बना, चलो फिर दोबारा बना लांगे, इत्थे उपरले पासे बन्नी है, ऐ बॉडी बनी हुई है, मान लो छोटी बॉडी बना लो, इत्थे इदां बॉडी बना लो। हुण कोई फायदा हैगा जी? हुण ठीक, मतलब ये स्ट्रिंग ने हुण बॉडी नीचे नहीं करूगी, ये बॉडी फ्री टू स्लाइड सीगी, फ्री टू स्लाइड सीगी, हुण बॉडी इत्थे रुक जाएगी। हुण स्ट्रिंग का फायदा हैगा कि स्ट्रिंग ने बॉडी नूं रोक लिया, फड़िया है, तो डायग्राम इदां बनेगी जी, हाईएस्ट पॉइंट ते बन्निया है तो बॉडी बाहरले पासे है। ठीक है, मैं हुण इधर बना रहा डायग्राम, उधर पासे आप सॉल्व कर लांगे, ये भी लोड़ नहीं हैगी हुण आपां नूं। हुण आपां ये डिसाइड कर लिया कि जिहड़ी बॉडी हैगी आ ओह बाहरले पासे आ, इदां बन्नी हुई है स्ट्रिंग नाल। ये मर्जी होंगी है अपनी बॉडी, चाहे सर्कल बना के शो कर लो, चाहे कला डॉट पा लो, ये पिछे करते हैं, ये मर्जी होंगी है। डॉट भी ठीक है, कुछ समझाना है सर्कल पा के समझा दो, चाहे स्केयर बना लो, ये मर्जी होंगी है अपनी। चलो ये स्ट्रिंग ने बन्निया है, हुण स्ट्रिंग के खिंचा के इधरले पासे होगा, क्योंकि स्ट्रिंग आ गई
ਸਟ੍ਰਿੰਗ 'ਚ ਖਿਚਾਅ ਪੈਦਾ ਹੋ ਗਿਆ, ਫਿਰ ਟੈਂਸ਼ਨ ਦੀ ਗੱਲ ਹੋਊਗੀ। ਹੁਣ ਟੈਂਸ਼ਨ ਦੀ ਗੱਲ ਕਰਨੀ ਆ ਆਪਾਂ ਇਹਦੇ ਵਿੱਚ। ਜੇ ਸਟ੍ਰਿੰਗ 'ਚ ਖਿਚਾਅ ਪੈਦਾ ਹੋ ਰਿਹਾ, ਖਿਚਾਅ ਕਿੱਧਰ ਹੋਊਗਾ? ਇੱਧਰ ਬੰਨਿਆ ਹੋਇਆ, ਇਹ ਬਾਡੀ ਕਰਕੇ ਬਾਡੀ ਨੀਚੇ ਆਉਣ ਨੂੰ ਕਰੇਗੀ, ਨੀਚੇ ਆਉਣ ਨੂੰ ਕਰੇਗੀ, ਪਰ ਇਹ ਧਾਗਾ ਜਿਹੜਾ ਸਟ੍ਰਿੰਗ ਨੂੰ ਫੜ ਕੇ ਰੱਖੂਗਾ। ਜੇ ਫੜ ਕੇ ਰੱਖੇਗਾ ਬਾਡੀ ਨੀਚੇ ਆਉਣ ਨੂੰ ਕਰੇਗੀ, ਬਾਡੀ ਨੀਚੇ ਜਾਣਾ ਚਾਹੂਗੀ ਪਰ ਇਹ ਰੋਕ ਲੇਗਾ ਉਸਨੂੰ। ਮਤਲਬ ਜੇ ਨੀਚੇ ਜਾਣਾ ਚਾਹੂਗੀ ਤਾਂ ਬਾਡੀ ਸਟ੍ਰਿੰਗ ਨੂੰ ਨੀਚੇ ਨੂੰ ਖਿੱਚੇਗੀ, ਜੇ ਨੀਚੇ ਨੂੰ ਖਿੱਚੇਗੀ ਤਾਂ ਇਨਬਿਲਟ ਫੋਰਸ ਪੈਦਾ ਹੋਏਗੀ ਅੰਦਰਲੇ ਪਾਸੇ, ਇਹ ਟੈਂਸ਼ਨ ਹੋਊਗੀ। ਇੱਦਾਂ ਦੇਖਣ ਦੀ ਆਦਤ ਪਾਉਣੀ ਆ ਆਪਾਂ ਕਿ ਫੋਰਸ ਕਿੱਧਰ ਲੱਗ ਰਹੀ ਆ। ਜੇ ਫੋਰਸ ਇੱਧਰ ਲੱਗ ਰਹੀ ਹੈਗੀ, ਟੈਂਸ਼ਨ ਦੂਜੇ ਪਾਸੇ ਹੁੰਦੀ ਆ। ਬਈ ਟੈਂਸ਼ਨ ਆਪਾਂ ਅੰਦਰਲੇ ਪਾਸੇ ਹੁੰਦੀ ਆ, ਪਰ ਇਹ ਦੇਖਣ ਦੀ ਆਦਤ ਪਾਉਣੀ ਹੈਗੀ ਆ। ਉਹੀ ਮੈਂ ਦੁਬਾਰਾ ਕਹਿ ਰਿਹਾ ਕਿ ਤੁਸੀਂ ਜੇ ਸੀਰੀਅਸਲੀ ਨਹੀਂ ਕਰੋਗੇ ਇਸ ਬੁੱਕ ਨੂੰ, ਫਿਰ ਬਾਅਦ ਵਿੱਚ ਤੁਹਾਨੂੰ ਇਹੀ ਬੁੱਕ ਔਖਾ ਕਰੇਗੀ, ਨੰਬਰ ਨਹੀਂ ਇਹਦੇ ਵਿੱਚੋਂ ਆਉਣੇ ਹੈਗੇ। ਹੁਣ ਤਾਂ ਕੰਮ ਸੌਖਾ ਹੈਗਾ, ਕਿਉਂਕਿ ਟੌਪਿਕ ਦਾ ਜਿਹੜਾ ਪੁਰਾਣਾ ਟੌਪਿਕ ਹੈਗਾ 10th ਲੈਵਲ ਤੱਕ ਜਾਂ +2 ਲੈਵਲ ਤੱਕ ਦਾ, ਸਾਰੇ ਆਪਾਂ ਇੱਥੇ ਕਰਾਂਗੇ ਟੌਪਿਕ ਜਿਹੜੇ ਯੂਜ਼ ਹੋਣਗੇ ਇਹਦੇ ਵਿੱਚ। ਇੱਦਾਂ ਨਹੀਂ ਹੈ ਕਿ ਆਪਾਂ ਇੱਦਾਂ ਕਹਾਂਗੇ ਜਾਂ ਮੈਂ ਇੱਦਾਂ ਕਹੂੰਗਾ ਕਿ ਟੌਪਿਕ ਤੁਸੀਂ 10th 'ਚ ਪਹਿਲਾਂ ਕੀਤਾ ਹੋਇਆ ਆਪ ਹੀ ਕਰ ਲਓ, ਨਹੀਂ। ਪਰ ਆਪਾਂ ਉਰੇ ਸਾਰੇ ਟੌਪਿਕ ਇੱਥੇ ਇੱਕ ਵਾਰੀ ਕਰਾਂਗੇ। ਪਰ ਇਹ ਵੀ ਗੱਲ ਹੈਗੀ ਆ, ਜੋ ਟੌਪਿਕ 10th ਲੈਵਲ ਦਾ ਹੁਣ ਕਰਵਾਤਾ ਉਹ ਅੱਗੇ ਨਹੀਂ ਕਰਵਾਉਣਾ ਹੈਗਾ। ਇੱਕੋ ਚੀਜ਼ ਦੁਬਾਰਾ ਰਿਪੀਟ ਨਹੀਂ ਕਰਵਾਉਣੀ ਹੈਗੀ, ਕਿਉਂਕਿ ਮੈਂ ਤਾਂ ਇਹ ਮੰਨ ਕੇ ਚੱਲੂੰਗਾ ਕਿ ਜੋ ਟੌਪਿਕ ਕਰਵਾ ਦਿੱਤਾ ਗਿਆ ਹੈਗਾ ਤੁਹਾਨੂੰ, ਕਿ ਤੁਹਾਨੂੰ ਯਾਦ ਆ। ਪਹਿਲੀ ਵਾਰੀ ਕਰਵਾਉਣਾ ਮੇਰੀ ਰਿਸਪੌਂਸੀਬਿਲਟੀ ਹੈਗੀ, ਮੈਂ ਕਰਵਾਊਂਗਾ ਜੀ। ਅਗਲੀ ਵਾਰੀ ਯਾਦ ਰੱਖਣਾ ਇਹ ਤੁਹਾਡੀ ਰਿਸਪੌਂਸੀਬਿਲਟੀ ਹੈ। ਅਤੇ ਬਿਨਾਂ ਪ੍ਰੈਕਟਿਸ ਤੋਂ, ਬਿਨਾਂ ਕੰਮ ਤੋਂ ਉਹਨੇ ਗੱਲਾਂ ਯਾਦ ਨਹੀਂ ਰਹਿਣਗੀਆਂ। ਸੋ ਇਹ ਪਹਿਲਾਂ ਡਿਸਾਈਡ ਕੀਤਾ ਆਪਾਂ ਨੇ ਕਿ ਬਾਡੀ ਨੀਚੇ ਨੂੰ ਦਬਾਅ ਪਾਏਗੀ ਤਾਂ ਖਿਚਾਅ ਸਟਰੈਚ ਹੋਗੀ, ਤਾਂ ਇਨਬਿਲਟ ਫੋਰਸ ਪੈਦਾ ਹੋਏਗੀ। ਜਦੋਂ ਕੋਈ ਸਟ੍ਰਿੰਗ ਸਟਰੈਚ ਹੁੰਦੀ ਹੈਗੀ ਆ ਤਾਂ ਇੱਕ ਫੋਰਸ ਆਪਣੇ ਸਾਹਮਣੇ ਆਉਂਦੀ ਹੈ, ਉਹ ਟੈਂਸ਼ਨ ਹੁੰਦੀ ਹੈ। ਤੋ ਆਹ ਟੈਂਸ਼ਨ ਹੋ ਗਈ। ਇੱਕ ਹੋਰ ਗੱਲ ਕਹੀ ਆ ਉਹਨਾਂ ਨੇ, ਉਹ ਗੱਲ ਕੀ ਹੈਗੀ ਇਹਦੇ ਵਿੱਚ ਕਿ ਇਹ ਲੈਂਥ ਦਿੱਤੀ ਹੋਈ ਸੀ, ਲੈਂਥ ਸਟ੍ਰਿੰਗ ਦੀ ਜਿੰਨਾ ਰੇਡੀਅਸ ਆ ਸਰਕਲ ਦਾ ਉਹਦੇ ਬਰਾਬਰ ਹੈ। ਇਹ ਲੋਡ ਕੀ ਪਏਗੀ ਉਹ ਵੀ ਦੇਖਦੇ ਹਾਂ ਆਪਾਂ। ਮਤਲਬ ਆਹ ਰੇਡੀਅਸ ਆਰ ਆ ਵੀ ਆਰ ਆ, ਤਾਂ ਆਹ ਲੈਂਥ ਵੀ ਕਿੰਨੀ ਆ? ਆਰ ਆ। ਇਹਨੂੰ ਮੈਂ ਓ ਪਾ ਲੈਣਾ, ਇਹ ਏ ਆ, ਇਹ ਬੀ ਆ, ਓ ਏ ਬੀ ਹੋ ਗਿਆ। ਜੋ ਆਰ ਲੈਂਥ ਬਰਾਬਰ ਦਿੱਤੀ ਹੋਈ ਆ। ਹੁਣ ਰਿਐਕਸ਼ਨ ਵੀ ਆਊਗੀ ਇਹਦੇ ਵਿੱਚ ਜੀ। ਇਹਦਾ ਵੇਟ ਆ, ਇਹਦਾ ਵੇਟ ਨੀਚੇ ਨੂੰ ਹੋਊਗਾ ਜੀ। ਵੇਟ ਆਪਾਂ W ਮੰਨ ਲਿਆ, ਦਿੱਤਾ ਨਹੀਂ ਹੋਇਆ ਆਪਾਂ W ਵੇਟ। ਜਿਹੜਾ ਬਾਡੀ ਹੈਗਾ ਉਹਦਾ ਵੇਟ ਆਪਾਂ W ਮੰਨ ਲਿਆ, ਵੈਸੇ ਹੀ ਮੰਨ ਲਿਆ, ਇੱਥੇ ਲੈ ਲਿਆ ਆਪਾਂ। ਹੁਣ ਦੇਖੋ ਉਰੇ ਇਹ ਬਾਡੀ ਜਿਹੜੀ ਹੈਗੀ ਆ, ਇਹ ਸਰਕਲ ਉੱਪਰ ਦਬਾਅ ਪਾਏਗੀ, ਸਰਕਲ ਉੱਪਰ ਜ਼ੋਰ ਪਾ ਰਹੀ ਹੈ। ਤੁਸੀਂ ਆਪ ਦੇਖੋ, ਜੇ ਬਾਡੀ ਇੱਥੇ ਆ ਮੰਨ ਲਓ, ਤਾਂ ਬਾਡੀ ਦਾ ਵੇਟ ਤਾਂ ਨੀਚੇ ਨੂੰ ਆ। ਜੇ ਬਾਡੀ ਦਾ ਵੇਟ ਨੀਚੇ ਨੂੰ ਹੈਗਾ ਤਾਂ ਇਹ ਬਾਡੀ ਦਾ ਭਾਰ ਸਰਕਲ ਦੇ ਉੱਪਰ ਹੀ ਆ ਰਿਹਾ। ਜੇ ਸਰਕਲ ਉੱਪਰ ਦਬਾਅ ਪੈ ਰਿਹਾ ਹੈਗਾ, ਜ਼ੋਰ ਪੈ ਰਿਹਾ ਹੈਗਾ, ਮੈਂ ਸਰਕਲ ਦੇ ਉੱਪਰ ਐਕਸ਼ਨ ਹੋ ਰਿਹਾ। ਜੇ ਐਕਸ਼ਨ ਹੋ ਰਿਹਾ ਤਾਂ ਇੱਕ ਪਿਕਚਰ, ਇੱਕ ਫੋਰਸ ਆਪਣੇ ਸਾਹਮਣੇ ਆਉਂਦੀ ਹੁੰਦੀ ਆ, ਰਿਐਕਸ਼ਨ। ਤਾਂ ਇਹਦੀ ਰਿਐਕਸ਼ਨ ਵੀ ਹੋਊਗੀ। ਜੇ ਐਕਸ਼ਨ ਹੋਊਗਾ ਰਿਐਕਸ਼ਨ ਵੀ ਹੋਊਗੀ। ਹੁਣ ਰਿਐਕਸ਼ਨ ਕਿੱਦਾਂ ਬਣਾਉਣੀ ਆ? ਹੁਣ ਇਹ ਵੇਟ ਪਾ ਰਿਹਾ, ਤੁਸੀਂ ਟੇਂਜੈਂਟ ਡਰਾ ਕਰ ਲਓ ਪਹਿਲਾਂ, ਅਤੇ ਟੇਂਜੈਂਟ ਦੇ ਪਰਪੈਂਡੀਕੂਲਰ ਇਹਨੂੰ ਕਹਿੰਦੇ ਆਪਾਂ ਨੋਰਮਲ। ਰਿਐਕਸ਼ਨ ਨੋਰਮਲ ਹੋਏਗੀ ਇੱਧਰਲੇ ਪਾਸੇ। ਰਿਐਕਸ਼ਨ ਹਮੇਸ਼ਾ, ਕਿਉਂਕਿ ਜਿਹੜਾ ਸਰਫੇਸ ਲੈ ਰਹੇ ਹਾਂ ਆਪਾਂ ਉਹ ਪਲੇਨ ਨਹੀਂ ਹੈਗਾ। ਜੇ ਪਲੇਨ ਹੁੰਦਾ ਤਾਂ ਸਿੱਧਾ ਪਰਪੈਂਡੀਕੂਲਰ ਡਰਾ ਕਰਨਾ ਸੀ ਆਪਾਂ ਨੇ। ਜੇ ਪਲੇਨ ਨਾ ਹੋਏ, ਪਿੱਛੇ ਲਿਖਵਾਇਆ ਸੀਗਾ ਕੋਈ ਹੋਰ ਸਰਫੇਸ ਆ, ਤਾਂ ਪਹਿਲਾਂ ਟੇਂਜੈਂਟ ਡਰਾ ਕਰਕੇ ਸਰਫੇਸ 'ਤੇ, ਫਿਰ ਉਹਦੇ ਪਰਪੈਂਡੀਕੂਲਰ ਜਿਹੜੀ ਹੋਊਗੀ ਉਹਨੂੰ ਰਿਐਕਸ਼ਨ ਕਹਾਂਗੇ। ਇਹ ਡਾਇਗਰਾਮ ਓਵਰਆਲ ਬਣ ਗਿਆ ਡਾਇਗਰਾਮ। ਹੁਣ ਮੇਰੇ ਅਕੋਰਡਿੰਗ ਇਹ ਕੁਐਸਚਨ ਇੰਟਰਸਟਿੰਗ ਕਿਉਂ ਹੈਗਾ? ਬਿਕੋਜ਼ ਕਾਫੀ ਕੰਸੈਪਟ ਆ ਜਿਹੜੇ, ਤਾਂ ਹੀ ਥੋੜ੍ਹਾ ਧਿਆਨ ਰੱਖੋ ਜੀ, ਬੁੱਕ ਨੂੰ ਥੋੜ੍ਹਾ ਸੀਰੀਅਸ ਹੋ ਕੇ ਕੰਮ ਕਰੋ, ਅਦਰਵਾਈਜ਼ ਤੁਹਾਨੂੰ ਇਹ ਨੰਬਰ ਨਹੀਂ ਬੁੱਕ ਨੇ ਦੇਣੇ ਹੈਗੇ। ਅੱਗੇ ਕੰਸੈਪਟ ਇੱਦਾਂ ਦੇ ਹੀ ਆਉਣਗੇ, ਆਪਾਂ ਕੁਐਸਚਨ ਕਰਾਂਗੇ ਦਿਮਾਗ ਵਾਲੇ ਕੰਸੈਪਟ। ਜੇ ਇਹ ਸਮਝ ਆਉਣ ਲੱਗ ਗਿਆ ਤਾਂ ਤੁਹਾਨੂੰ ਬਹੁਤ ਇੰਟਰਸਟਿੰਗ ਲੱਗੂਗਾ। ਤੁਹਾਡਾ ਆਪ ਹੀ ਜੀ ਕਰੂਗਾ ਕਿ ਮੈਂ ਇਹਦੇ ਨਾਲ ਦੇ ਕੁਐਸਚਨ ਹੋਰ ਟਰਾਈ ਕਰਾਂ। ਅਦਰਵਾਈਜ਼ ਤੁਹਾਡੇ ਦਿਮਾਗ 'ਚ ਭਾਰ ਪਏਗਾ ਇਹਨਾਂ ਕੁਐਸਚਨਾਂ ਦਾ ਜੇ ਨਹੀਂ ਕਰੋਗੇ। ਜੇ ਕਹੋਗੇ ਪਤਾ ਨਹੀਂ ਹੁਣ ਪਤਾ ਨਹੀਂ ਕੀ ਆ ਗਿਆ, ਅੱਗੇ ਪਤਾ ਨਹੀਂ ਕੀ ਆਊਗਾ। ਸੋ ਦੇਖੋ ਹੁਣ ਗੱਲ ਓਵਰਆਲ ਕੀ ਬਣ ਗਈ? ਟੈਂਸ਼ਨ ਅਤੇ ਰਿਐਕਸ਼ਨ ਫਾਈਂਡ ਕਰਨੀ ਆਪਾਂ ਨੇ। ਇਹ ਪੁੱਛਿਆ ਉਹਨਾਂ ਨੇ। 3 ਫੋਰਸਾਂ ਹੋ ਗਈਆਂ ਜੀ। ਆਹ ਦਾ ਡਾਇਗਰਾਮ ਵੈਸੇ ਹੀ ਬਣਾਈ ਆਪਾਂ ਨੇ। ਇੱਕ ਸਟ੍ਰਿੰਗ ਸੀ, ਇੱਕ ਵੇਟ ਸੀ ਬਾਡੀ ਦਾ, ਇੱਕ ਰਿਐਕਸ਼ਨ ਹੋਈ। 3 ਫੋਰਸਾਂ ਹੋ ਗਈਆਂ, ਇੱਕੋ ਪੁਆਇੰਟ 'ਤੇ ਐਕਟ ਕਰ ਰਹੀਆਂ ਨੇ 3 ਫੋਰਸਾਂ।
तो ये स्ट्रिंग ने बॉडी बनी हुई है, जी स्ट्रिंग हैगी है इन्हें बॉडी फड़ी हुई है। जे बॉडी फड़ी हुई है स्ट्रिंग ने तो बॉडी अगे नहीं जा रही हैगी, स्ट्रिंग ने रोकया है तो इक्विलिब्रियम आ रही खड़ी है। तीन फोर्सां ने इक्विलिब्रियम च लावांगे आपां लैमिसिरम। हुण लैमिसिरम वास्ते की चाहिए आपां ने बस सारे एंगल फाइंड करने, सारे एंगल निकल गए अपना आंसर आ जाएगा। हुण इहदे विच कुछ 10th क्लास के कंसैप्ट आउणगे वो भी करते हैं आपां। ਉਹ देखो ਉਹ ਤੁਹਾਨੂੰ ਕਿਹਾ ਜਿਹੜੇ 10th ਕਲਾਸ ਦੇ ਕਨਸੈਪਟ ਨੇ ਕਾਪੀ 'ਚ ਅਲੱਗ ਨੋਟ ਕਰੀ ਜਾਓ, ਨਹੀਂ ਤਾਂ ਜੋ ਕਨਸੈਪਟ ਅੱਜ ਕਰਵਾਇਆ ਹੈਗਾ ਤੇ 5 ਦਿਨ ਬਾਅਦ ਭੁੱਲ ਜਾਓਗੇ ਨਾ, ਤੁਹਾਨੂੰ ਕਾਪੀ 'ਚ ਲੱਭਣਾ ਕਿਤੇ ਹੋਰ। ਇੱਕ ਕਾਪੀ 'ਚ ਅਲੱਗ ਕਰੇ 10th ਕਲਾਸ ਦੇ ਜਾਂ +1 +2 ਲੈਵਲ ਦੇ ਕਨਸੈਪਟ ਜਿਹੜੇ ਹੈਗੇ ਲਿਖੀ ਜਾਓ। ਸਾਰੇ ਕਨਸੈਪਟ ਮੈਂ ਇਕੱਠੇ ਨਹੀਂ ਕਰਵਾਉਣੇ ਹੈਗੇ ਕਿਉਂਕਿ ਫਿਰ ਤੁਹਾਨੂੰ ਯਾਦ ਵੀ ਰਹਿਣੇ ਹੈਗੇ, ਜਿਵੇਂ ਜਿਵੇਂ ਆਉਣਗੇ ਉਵੇਂ ਆਪਾਂ ਕਰਾਂਗੇ ਯਾਦ, दसी जाऊँगे। हुण 3 साइडां इक्वल ने ट्राइंगल, आ भी रेडियस आ भी रेडियस आ भी रेडियस। किसी ट्राइंगल दियां तिन्ने साइडां बराबर होण उहनूं कहने हैगे आपां इक्विलेटरल ट्राइंगल, उहनूं कहने आपां इक्विलेटरल ट्राइंगल। ऑल साइड्स आर इक्वल, सारियां साइड्स इक्वल ने। जे सारियां साइडां इक्वल ने तो ऑल एंगल्स भी इक्वल होंगे ने, सारे एंगल्स आर इक्वल। तिन्ने एंगल इक्वल होंगे मतलब ये तिन्ने एंगल इक्विलेटरल ट्राइंगल दे विच 60-60 होंगे ने। अपना काम की आप सारे एंगल फाइंड करने बस ये वो देखना। सो ये डिसाइड हो गया कि ये एंगल 60 है, ये एंगल 60 है, ये एंगल 60 है। मैं विच पा नहीं रहा, फिर थोड़ी कॉम्प्लीकेटेड डायग्राम हो जाएगी, डायग्राम थोड़ी औखी जी लगूगी, ये पा नहीं रहा। एक तो आ कंसैप्ट ये आ गया। एक होर कंसैप्ट होंदा हैगा, ये पहला नोट सीगा जी, दूजा नोट सर्कल दे विच रेडियस अते टेंजेंट ये आपस च परपेंडिकुलर होंदे ने। रेडियस परपेंडिकुलर टू टेंजेंट। रेडियस अते टेंजेंट आपस च परपेंडिकुलर होंगे, मतलब जोड़ा आ वाला एंगल आ बड़ा एंगल ये 90 होगा। ये एंगल जोड़ा होगा वो 90 होगा। अगे इस तो बाद मैं डायग्राम थोड़ी वड्डी बना ला, तुहानूं दिख जाऊगा। थोड़ी डायग्राम बड़ी बना रहे फिर प्रॉपर दिख जाएगा जी। आप इत्थे पॉइंट लिया सीगा, इत्थे सीगा बॉडी सी, हाईएस्ट पॉइंट सीगा, इहनूं ए मन्निया सीगा। टेंशन सी टी, आ वेट आ गया W का वर्टिकल, नीचे नूं आह आपां रिएक्शन बनाई सी, आह टेंजेंट सी। टेंजेंट सी अपने को, तो आह आप जो आ बी पॉइंट लिया अपने शो करता सी कि एंगल 60 डिग्री है। हुण लिख लाने आप 60 है, आ भी 60 है, आ भी 60 है। ये एंगल कितना होगा जी 30। एंगल कढ़ने सारे बस आप ओवरऑल एंगल कितना क्या सी, आप 90 क्या सी, ये 30 हो गया। ये लिख के दिखाने लोड़ नहीं हैगी कि एंगल ये 30 होगा 60 होगा, सीधा भी कह सकते हैं आप, बिकॉज छोटी क्लास के कंसैप्ट ने अपने को। हूँ लिखना मैं लिख देना समझाने वास्ते कि इन ट्राइंगल इतों स्टार्ट कर रहे हैं आप, इन ट्राइंगल OAB all sides are
ऑल साइड्स आर इक्वल दिता है अपन देयरफॉर ऑल एंगल्स इक्वल टू 60 डिग्री सारे एंगल की होंगे ये 60 डिग्री होंगे आलसो अपन पता रेडियस परपेंडिकुलर टू टेंजेंट सीधी कह दो देयरफॉर इनू सी पढ़ो एंगल ए बी सी सीधी कह दो एंगल ए बी सी जोड़ा है वो कितना होगा 30 होगा ओ वाला 90 एंगल बन गया वो 30 हो जाएगा। चलो हुण सारे एंगल कढ़ने अपने तो देखियो ध्यान आ कितना हो गया एंगल 90 ਇਹਦਾ पहले ही क्या रिएक्शन की होंगी है हमेशा टेंजेंट दे नॉर्मल होंगी है मतलब टेंजेंट दे की होंगी है परपेंडिकुलर ये पिछे किया अपने ये भी एंगल निकल गया 90 ये भी एंगल निकल गया 90 टेंजेंट ही है सारी है। हुण आ एंगल कढ़ना कितना होगा हुण इत्थे दिमाग लगू एंगल किवें निकलूगा जी तो देखो ध्यान ये अपन दिता है कि हाईएस्ट पॉइंट पे है ये समझो ध्यान हाईएस्ट पॉइंट का मतलब की हो गया कि यह लाइन जिहड़ी होगी ये वर्टिकल होगी सीधी होगी मतलब देखो सब तो टॉप वाला पॉइंट आ सर्कल आ सेंटर ये टॉप वाला पॉइंट नहीं है टॉप वाला पॉइंट नहीं है बिकॉज लाइन फिर टेढ़ी बनेगी टेढ़ी मतलब वर्टिकल नहीं होगी ਜਿਹੜਾ टॉप वाला पॉइंट है लाइन बिल्कुल सीधी बनेगी ऊपर और इन्हों फिर वर्टिकल लाइन कहोगे यह लाइन वर्टिकल आ यह लाइन वर्टिकल आ लाइन दोनों वर्टिकल हो गई आ वर्टिकल आ वर्टिकल मतलब वेट तो हमेशा नीचे एक्ट करता ना वर्टिकल होंगे हमेशा वेट हमेशा नीचे एक्ट करता वर्टिकल जे ए लाइन वर्टिकल आ ए लाइन वर्टिकल आ फिर दोनों लाइनस की बन गई आपस पैरेलल देयरफॉर देखो कितनी वधिया कंसैप्ट ने ए ओ इज़ पैरेलल टू वेट वेट कह लो सीधा ए ओ इज़ पैरेलल टू वेट ए ओ जी हैगी आ वेट से पैरेलल हो गया फायदा की होया फिर इसका फायदा ये हो गया ये जैड जिथे जैड बनता हो जो दो लाइनस पैरेलल ने कॉरसपोंडिंग एंगल कहे से आप इक्वल होंगे ने एक आप कहे थे ऑल्टरनेट एंगल्स जैड बनता हो कहते आप ऑल्टरनेट एंगल्स ये दोनों एंगल बराबर होंगे ये भी 60 होगा एंगल जैड बना रहे हैं देयरफॉर ए पॉइंट तुसीं लै लो डी पॉइंट लै लो एंगल ओ बी डी इज इक्वल्स टू 60 डिग्री मैं दोबारा कह रहा मैंशन करने की लोड़ नहीं हैगी आपां नूं कि जिहड़े ये एंगल ऑल्टरनेट एंगल्स ने बराबर होणगे सीधा कह सकते हैं आप छोटी क्लास के कंसैप्ट छड्ड सकते हैं आप तो ये एंगल 60 हो गया फिर ये एंगल कितना बनूगा तीन एंगल का सम 1 2 3 एंगल सम कितना होंदा जी 180 तो ये एंगल भी कितना हो गया 30 ये सारे एंगल निकल गए और सारे एंगल निकल गए इस तो बाद फिर आप सीधी लैमिस थ्योरम लावांगे लैमिस थ्योरम लगती कदों होंदी है जो सारे एंगल पता होंगे आप इस तो बाद लिखना मैं इस तो बाद देयरफॉर बाय लैमिस थ्योरम T अपॉन साइन हाँ जी कितना एंगल T अपॉन बाकी दो फोर्सा एंगल R तो W कितना एंगल बनता 90 + 30 साइन 90 + 30 W अपॉन बाकी दो फोर्सा कितना एंगल बनता है R तो T 90 + 30 साइन 90 + 30 इक्वल टू R अपॉन बाकी दो फोर्स कितना एंगल बनता R अपॉन आ दो फोर्स ने T ते W 60 + 60 साइन 60 + 60 तो T अपॉन कितना आ गया साइन 120 W अपॉन कितना आ गया साइन
120 आर अपॉन कितना आ गया साइन 120। काम सौखे हो गए, तिने कट गए सेम ही ने। एक टेंशन लभनी है आपां ने, एक लभनी है रिएक्शन। देयरफॉर टेंशन कितनी आ गई W बराबर आ दो इक्वेट कर ले, आ दो इक्वेट किते, रिएक्शन कितनी आ गई, ये भी वेट बराबर आ गई। मतलब टेंशन तो रिएक्शन वेट बराबर होगी। सारी गल उत्थे ही आ जाती है कि जो डायग्राम बनानी आ गई प्रॉपर जी, डायग्राम थोड़ा तां बनानी आऊगी प्रॉपर जो सारे कंसैप्ट पता ने कि टेंशन की होंगी है, रिएक्शन की होंगी है, फिर प्रॉपर डायग्राम बनेगी। उसका सॉल्व किवें करना च कंसैप्ट ने पुराने। हुण सिर्फ आ थोड़ा कंसैप्ट आया कि टेंशन रिएक्शन किद्दां बनाउणी हैगी, ये BSc का कंसैप्ट आ। बाकी डायग्राम बनने तो बाद सॉल्व किवें करना हैगा वो सारा 10th लैवल का कंसैप्ट आ। एंगल बराबर कर ले, रेडियस स्ट्रेंजर परपेंडिकुलर होंदे ने, सारे 10th लैवल का कंसैप्ट आ। मैं दोबारा तुहानूं कह रहा है कि जे तो यह काम तुसीं नाल नहीं करोगे तो क्वेश्चन अगे इहदे नाल दे होणगे, तो क्वेश्चन थोड़े तो आप नहीं सॉल्व होने फिर तुहानूं नहीं सॉल्व होंगे, तुहानूं बुक फिर औखी लगेगी। इस करके टेंशन लैके इहदा काम करो। कल्ला काम करना गल नहीं बननी हैगी, काम करके तुहानूं प्रॉब्लम्स भी आउणगीਆਂ, प्रॉब्लम अपने सोल्यूशन जिहड़े हैगे दूर करो, मतलब प्रॉब्लम दूर करो अपनी। बस तुहानूं जो कोई प्रॉब्लम आती हैगी मैनूं पुछ लो, WhatsApp 'ते पुछ लो, जो ग्रुप बने हुए हैं अपने। तो जो कोई प्रॉब्लम आती है पुछोगे, जो प्रॉब्लम थोड़ी क्लीयर होगी तो ही तुहानूं कंसैप्ट प्रॉपर समझ आऊगा। ये अपना काम सीगा पिछला, चलो पर काफ़ी टाइम लग गया आपां नूं। हुण अगे चलते हैं आपां। एक क्वेश्चन मैं वह भी करवाना सी लैम्बडा म्यू थ्योरम का, वो करते हैं आपां। इस तो बाद आपां ने लैम्बडा म्यू थ्योरम ते मीडियन थ्योरम का जो लास्ट टॉपिक ते उहदे पर बेसिक न्यूमेरिकल करवाना हैगा। मैं पढ़ रहा स्टेटमेंट, तुसीं भी देख लो। ABC is a triangle, DEF are middle points of the sides of BC, CA and AB respectively. Show that forces acting on a particle and represented by AD, BE, CF will maintain equilibrium. ਹੁਣ इक्विलिब्रियम की ਹੁੰਦਾ ਹੈਗਾ? ਇਹ ਪਹਿਲਾਂ ਕੀਤਾ ਸੀ ਆਪਾਂ, ਜੇ ਤਿੰਨ ਫੋਰਸਾਂ ਹੋਣ ਜਿਨ੍ਹਾਂ ਦੇ ਮੈਗਨੀਟਿਊਡ ਗਿਵਨ ਹੋਣ, ਆਪਾਂ ਨੂੰ ਮੈਗਨੀਟਿਊਡ ਗਿਵਨ ਹੋਣ ਤਾਂ ਇਕੁਇਲਿਬਰੀਅਮ ਕਿੱਦਾਂ ਬਣੇਗਾ ਕਿ ਆ ਦੋ ਫੋਰਸਾਂ ਹੋਣਗੀਆਂ, ਜੋ ਇਹਦਾ ਰਿਜ਼ਲਟੈਂਟ ਹੋਊਗਾ ਉਹਦੇ ਇਕੁਅਲ ਤੇ ਆਪੋਜ਼ਿਟ ਤੀਜੀ ਫੋਰਸ ਲਗਾਵਾਂਗੇ, ਫਿਰ ਇਕੁਇਲਿਬਰੀਅਮ ਬਣੇਗਾ। ਪਰ ਵੈਕਟਰ ਵਿੱਚ ਕਿਵੇਂ ਹੋਊਗਾ ਇਕੁਇਲਿਬਰੀਅਮ? ਹੁਣ ਵੈਕਟਰ 'ਚ ਪੜ੍ਹਨਾ ਆਪਾਂ ਨੇ। ਇਹ ਪੜ੍ਹਿਆ ਸੀ ਆਪਾਂ ਨੇ ਕਿ AB, AC, DA ਮੰਨ ਲਓ ਕੋਈ ਵੀ ਤਿੰਨ ਨੇ, ਤਿੰਨੇ ਫੋਰਸਿਸ ਆਪਾਂ ਐਡ ਕਰਾਂਗੇ, ਇਹਨੂੰ ਕਹਾਂਗੇ ਆਪਾਂ ਰਿਜ਼ਲਟੈਂਟ। ਇਹ ਰਿਜ਼ਲਟੈਂਟ ਆ। ਜੇ ਰਿਜ਼ਲਟੈਂਟ ਦਾ ਆਨਸਰ 0 ਆ ਜਾਵੇ ਇਹਨੂੰ ਕਹਿੰਦੇ ਹੈਗੇ ਆ ਆਪਾਂ ਇਕੁਇਲਿਬਰੀਅਮ। ਮਤਲਬ ਵੈਕਟਰ ਵਿੱਚ ਕੀ ਕਹਿਣਾ ਆਪਾਂ ਨੇ, ਵੈਕਟਰ ਵਿੱਚ ਇਕੁਇਲਿਬਰੀਅਮ ਤਾਂ ਹੋਊਗਾ ਜੇ ਰਿਜ਼ਲਟੈਂਟ ਦਾ ਆਨਸਰ 0 ਵੈਕਟਰ ਹੈ। 0 ਵੈਕਟਰ ਪਾਉਣਾ ਆਪਾਂ ਨੇ, ਵੈਕਟਰ ਐਡ ਕਰਾਂਗੇ, ਵੈਕਟਰ ਹੀ ਆਊਗਾ ਆਨਸਰ। ਚਲੋ ਕੁਐਸਚਨ ਦੇਖੋ ਫਟਾਫਟ, ਫਿਰ ਕੁਐਸਚਨ ਕਰਦੇ ਹਾਂ ਆਪਾਂ। ਇਹ ਟਰਾਇੰਗਲ ਸੀਗਾ ABC, ਆ D ਮਿਡ ਪੁਆਇੰਟ ਸੀਗਾ, ਜੁਆਇਨ ਕਰ ਲਿਆ। E ਇਹਦਾ ਮਿਡ ਪੁਆਇੰਟ ਆ, F ਇਹਦਾ ਮਿਡ ਪੁਆਇੰਟ ਆ। ਚਲੋ ਆ ਮੀਡੀਅਨ ਥਿਊਰਮ ਲਾਉਣੀ ਆਪਾਂ ਇਹਦੇ 'ਚ। ਮੀਡੀਅਨ ਥਿਊਰਮ ਕਿਵੇਂ ਸੀਗੀ ਜੇ ਧਿਆਨ ਦੇ ਵਿੱਚ ਹੋਵੇ। ਆ AD ਆ, BE ਆ, CF। AD ਵੈਕਟਰ ਕੀ ਚੋਂ ਨਿਕਲ ਰਿਹਾ ਹੈਗਾ, AB ਤੇ AC ਵਿੱਚੋਂ, ਤਾਂ AB ਵੈਕਟਰ ਪਲੱਸ AC ਵੈਕਟਰ, ਇਹ 2 ਟਾਈਮਸ AD ਵੈਕਟਰ ਹੋਊਗਾ। ਇਹ ਕੀਤਾ ਸੀ ਆਪਾਂ ਮੀਡੀਅਨ ਥਿਊਰਮ। ਆ BE ਮੀਡੀਅਨ ਕੀ ਚੋਂ ਨਿਕਲ ਰਿਹਾ ਹੈਗਾ, BA ਅਤੇ BC ਚੋਂ, ਤਾਂ BA ਵੈਕਟਰ ਪਲੱਸ BC ਵੈਕਟਰ, ਇਹ 2 ਟਾਈਮਸ BE ਵੈਕਟਰ ਹੋ ਗਿਆ। ਅਤੇ CF ਵੈਕਟਰ ਨਿਕਲ ਹੈਗਾ CA ਅਤੇ CB ਚੋਂ, ਤਾਂ CA
प्लस सी बी, ये 2 टाइम्स सी एफ वैक्टर। हुण आपां प्रूव की करना हैगा वो देख लो। टू प्रूव आपने शो करना सीगा कि ए डी फोर्स ਅਤੇ BE फोर्स ਅਤੇ CF फोर्स ये इक्विलिब्रियम बनाणियां ने। इक्विलिब्रियम मतलब कि इन्हां दा रिजल्टेंट प्लस हो गया, प्लस करके जीरो वैक्टर आएगा। प्लस क्यों किया रिजल्टेंट, जीरो क्यों पाया, बिकॉज इक्विलिब्रियम वास्ते रिजल्टेंट जीरो वैक्टर हुंदा। तो ये बनाना, ये तिन्ने आपां ऐड कर ले, इन्हां नूं ऐड किया जी, ये बन गया AB वैक्टर प्लस AC प्लस BA प्लस BC प्लस CA प्लस CB, 2 टाइम्स AD, 2 टाइम्स BE ते 2 टाइम्स CF। ये ऐड किया, ये पहला किया है आपां कि जे आपां इंटरचेंज करांगे अगे माइनस आ जाता होंदा, मतलब माइनस BA वैक्टर आ गया, ये माइनस CA वैक्टर आ गया, इन्हूं इद्दां रख लो BA नूं, CB नूं इन्हूं CB च कन्वर्ट कर लो, माइनस CB आ जाएगा इज इक्वल्स टू 2 कॉमन कर लो, AD BE वैक्टर CF वैक्टर। ये फायदा की होया, ये घट गई टर्म्स आपस इत्थे लिखने। इस तो बाद देयरफॉर अपना आ गया AD वैक्टर प्लस BE वैक्टर प्लस CF वैक्टर 2 टाइम्स, ये आ गया जीरो वैक्टर। ध्यान रखना वैक्टर कैंसल कितने ने, वैक्टर पाना उपर, ये उधर लै गया आप 2, AD प्लस BE प्लस CF, ये जीरो वैक्टर आ गया। यही अपने प्रूव करना सी। चलो अज नहीं काम करना सी, जे बाकी थोड़ी कोई प्रॉब्लम होंदी हैगी तो WhatsApp ग्रुप पर पूछ लियो जी। थैंक यू।